ਡਾਕਟਰ ਦਲੀਪ ਕੌਰ ਟਿਵਾਣਾ ਦੀ ਪੁਸਤਕ ਤੇਰਾ ਕਮਰਾ ਮੇਰਾ ਕਮਰਾ ਦੀ ਅਗਲੀ ਕਹਾਣੀ ਹੈ ਜਾਦੂਗਰ। ਉਹ ਖਾਸਾ ਤਕੜਾ ਜਾਦੂਗਰ ਹੈ। ਭਾਵੇਂ ਜਾਦੂਗਰੀ ਉਹਦਾ ਖਾਨਦਾਨੀ ਪੇਸ਼ਾ ਨਹੀਂ। ਉਹਦਾ ਬਾਪ ਤਾਂ ਵਪਾਰ ਕਰਦਾ ਸੀ। ਵਪਾਰ 'ਚ ਘਾਟਾ ਪੈਣ ਤੇ ਭਾਵੇਂ ਉਹਨੇ ਵੀ ਸੋਚਿਆ ਸੀ ਕਿ ਕਾਸ਼ ਕੋਈ ਅਜਿਹਾ ਮੰਤਰ ਆਉਂਦਾ ਹੋਵੇ ਜਿਸ ਨਾਲ ਰਾਤੋਂ ਰਾਤ ਨੋਟਾਂ ਦਾ ਕੋਠਾ ਭਰ ਜਾਏ। ਉਹਨੂੰ ਆਪਣੇ ਬਾਪ ਤੋਂ ਬੜਾ ਡਰ ਲੱਗਦਾ ਹੁੰਦਾ ਸੀ। ਇੱਕ ਵਾਰੀ ਉਹਨੇ ਬਿੱਲੀ ਦੇ ਸੋਟੀ ਮਾਰੀ ਸੀ ਤੇ ਉੱਥੇ ਹੀ ਮਰ ਗਈ ਸੀ। ਪਿੱਛੋਂ ਭਾਵੇਂ ਉਹਨੂੰ ਹਰਿਦੁਆਰ ਹੀ ਜਾਣਾ ਪਿਆ ਸੀ। ਤੇ ਇੱਕ ਹੋਰ ਘਟਨਾ ਵੀ ਉਹਨੂੰ ਹੁਣ ਤੱਕ ਯਾਦ ਸੀ। ਇੱਕ ਦਿਨ ਰਾਤ ਵੇਲੇ ਉਹਦਾ ਬਾਪ ਉਹਦੀ ਮਾਂ ਨਾਲ ਬੜਾ ਲੜਿਆ ਸੀ। ਲੜਦਾ ਤਾਂ ਅੱਗੇ ਵੀ ਕਈ ਵਾਰੀ ਹੁੰਦਾ ਸੀ, ਪਰ ਅੱਜ ਉਹਨੇ ਉਹਦੀ ਮਾਂ ਨੂੰ ਧੱਕੇ ਮਾਰ ਕੇ ਬੂਹੇ ਬਾਹਰ ਕੱਢ ਦਿੱਤਾ ਤੇ ਫਿਰ ਲੋਹੇ ਦੇ ਤਖਤ ਤੇ ਠਾਹ ਦੇ ਕੇ ਬੰਦ ਕਰ ਲਏ। ਉਸ ਵੇਲੇ ਉਹਨੇ ਆਪਣੀਆਂ ਨਿੱਕੀਆਂ ਮੁੱਠਾਂ ਘੁੱਟ ਕੇ ਤੇ ਦੰਦ ਪੀ ਕੇ ਦਰਵਾਜ਼ੇ ਵਿੱਚ ਹੀ ਆਪਣੇ ਬਾਪ ਵੱਲ ਵੇਖਿਆ ਸੀ, ਜਿਵੇਂ ਹੁਣੇ ਉਹ ਦਰਵਾਜ਼ਾ ਤੋੜ ਦੇਵੇਗਾ ਤੇ ਆਪਣੇ ਬਾਪ ਨੂੰ ਗਲੋਂ ਜਾ ਫੜੇਗਾ। ਪਰ ਉਹ ਤਾਂ ਬਹੁਤ ਛੋਟਾ ਸੀ, ਬਾਪ ਉਹਦਾ ਬਹੁਤ ਵੱਡਾ ਸੀ। ਇੱਕ ਵਾਰੀ ਦੀ ਗੱਲ ਹੈ, ਉਹਨਾਂ ਦੇ ਪਿੰਡ 'ਚ ਇੱਕ ਜਾਦੂਗਰ ਆਇਆ। ਉਹਨੇ ਕਈ ਤਰ੍ਹਾਂ ਦੇ ਤਮਾਸ਼ੇ ਵਿਖਾਏ। ਮੁੱਟੇ ਲੋਹੇ ਦਾ ਸਰੀਆ ਉਹਨੇ ਉਂਗਲਾਂ ਨਾਲ ਹੀ ਦੂਰਾ ਕਰ ਦਿੱਤਾ। ਅੱਗ ਵਿੱਚੋਂ ਦੀ ਲੰਘ ਗਿਆ। ਉਹ ਸਟੂਲ ਚੁੱਕ ਦਿੱਤਾ ਜਿਸ ਉੱਤੇ ਹਾਥੀ ਖੜਾ ਸੀ। ਸਾਰਾ ਪਿੰਡ ਉਹਦੀਆਂ ਗੱਲਾਂ ਕਰ ਰਿਹਾ ਸੀ। ਘਰ ਨੂੰ ਵਾਪਸ ਆਉਂਦਿਆਂ ਜੀਤੋ ਨੇ ਉਹਨੂੰ ਪੁੱਛਿਆ, ਤੂੰ ਕਰ ਸਕਦਾ ਇਹ ਤਮਾਸ਼ਾ? ਨਿੱਕੀ ਜੀ ਜੀਤੋ ਉਹਨੂੰ ਉਹ ਇੱਕ ਕਿਤਾਬ 'ਚੋਂ ਪੜ੍ਹੀਆਂ ਕਹਾਣੀਆਂ ਸੁਣਾ ਹੈਰਾਨ ਕਰਦਾ ਰਹਿੰਦਾ ਸੀ। ਅੱਜ ਜਿਵੇਂ ਉਹਨੂੰ ਨੀਵੀਆਂ ਲਾ ਰਹੀ ਸੀ। ਆਹੋ, ਉਹਨੇ ਵੀ ਤਾਂ ਇਹ ਜਾਦੂ ਕਿਤੋਂ ਸਿੱਖਿਆ ਹੀ ਹੋਣਾ। ਉਹ ਅਜੇ ਕਹਿ ਹੀ ਰਿਹਾ ਸੀ ਕਿ ਜੀਤੋ ਨੇ ਠਿੱਬੀ ਮਾਰ ਕੇ ਉਹਨੂੰ ਮੂੰਹ ਪਰਨੇ ਡੇਗ ਦਿੱਤਾ। ਸਾਰੇ ਲੋਕ ਹੱਸ ਪਏ। ਜੀਤੋ ਵੀ ਹੱਸਦੀ ਘਰ ਨੂੰ ਭੱਜ ਗਈ। ਉਸੇ ਵੇਲੇ ਉਹਦਾ ਦਿਲ ਕੀਤਾ ਕਿ ਉਹਦੀਆਂ ਬਾਹਾਂ ਮੀਲ ਲੰਮੀਆਂ ਹੋ ਜਾਣ ਤੋਂ ਪਿੰਡ ਦੇ ਪਾਰਲੇ ਪਾਸੇ ਰਹਿੰਦੀ ਜੀਤੋ ਦਾ ਗਲਾ ਘੁੱਟ ਦੇ। ਇਹ ਤਾਂ ਸਭ ਗੱਲਾਂ ਬਚਪਨ ਦੀਆਂ ਸੀ। ਹੁਣ ਉਹ ਵੱਡਾ ਹੋ ਗਿਆ ਸੀ ਤੇ ਖਾਸਾ ਤਗੜਾ ਜਾਦੂਗਰ ਸੀ। ਲੋਕਾਂ ਨੇ ਦੇ ਵੇਖਦਿਆਂ ਉਹ ਮੂੰਹ 'ਚੋਂ ਅੱਗ ਨਿਕਲਦੀ ਵਿਖਾ ਸਕਦਾ ਸੀ। ਦੂਜੇ ਪਲ ਉਹ ਫੁੱਲ ਕਿਰਨ ਲਾ ਸਕਦਾ ਸੀ। ਤੁਹਾਡੇ ਸਾਹਮਣੇ ਉਹ ਜ਼ਹਿਰ ਪੀ ਕੇ ਪਚਾ ਜਾਏਗਾ, ਲੋਹਾ ਚੱਬ ਕੇ ਖਾ ਜਾਏਗਾ, ਫੇਰ ਹੱਸ ਕੇ ਆਖੇਗਾ, ਦੇਖਿਆ ਤਮਾਸ਼ਾ। ਇਹੀ ਨਹੀਂ, ਉਹ ਜਿਹਨੂੰ ਵੀ ਜੀ ਕਰੇ ਬੰਦੇ ਤੋਂ ਸ਼ੇਰ, ਗਿੱਦੜ, ਬਿੱਲੀ, ਤੋਤਾ ਜੋ ਜੀ ਬਣਾ ਦੇਵੇ। ਫਿਰ ਅਗਲਾ ਆਵਾਜ਼ ਭੁੱਲ ਜਾਨਵਰਾਂ ਵਾਲੀ ਬੋਲੀ ਬੋਲਦਾ ਹੈ, ਜਾਨਵਰਾਂ ਵਾਲੀਆਂ ਹਰਕਤਾਂ ਕਰਦਾ ਹੈ ਤੇ ਜਦੋਂ ਚਾਹੇ ਉਹ ਤੁਹਾਨੂੰ ਬਿਨਾਂ ਖਬਰ ਤੋਂ ਹੀ ਤੁਹਾਡੀ ਜੇਬ 'ਚੋਂ ਕਿਸੇ ਹੋਰ ਦਾ ਬਟੂਆ, ਪੈਨ, ਘੜੀ ਕੱਢ ਕੇ ਵਿਖਾ ਦੇਗਾ। ਉਸ ਵੇਲੇ ਤੁਸੀਂ ਬੜੇ ਕੱਚੇ ਹੋ ਜਾਂਦੇ ਹੋ ਤੇ ਜਦੋਂ ਜੀ ਕਰੇ ਉਹ ਕਿਸੇ ਬੱਚੇ ਨੂੰ ਤੁਹਾਡੇ ਸਾਹਮਣੇ ਖੜਾ ਕਰਕੇ ਆਪਣੇ ਜਾਦੂ ਦੇ ਬਲ ਨਾਲ ਬੜੇ ਵਿਦਵਾਨਾਂ ਵਰਗੀਆਂ ਗੱਲਾਂ ਕਰਨ ਲਗਾ ਦਿੰਦਾ ਤੇ ਆਖਦਾ ਹੈ, ਉਹ ਜਾਦੂ ਕੀ ਜਿਹੜਾ ਸਿਰ ਚੜ੍ਹ ਕੇ ਨਾ ਬੋਲੇ। ਇਸ ਤਰ੍ਹਾਂ ਉਹਦੇ ਤਮਾਸ਼ੇ ਵੇਖਣ ਲਈ ਖਾਸੀ ਤਕੜੀ ਭੀੜ ਉਹਦੇ ਦੁਆਲੇ ਜੁੜੀ ਰਹਿੰਦੀ ਹੈ। ਕਈ ਤਾਂ ਇਉਂ ਹੀ ਆਖਦੇ ਆ ਕਿ ਆਪਣੇ ਆਲੇ ਦੁਆਲੇ ਖਾਸੀ ਭੀੜ ਇਕੱਠੀ ਰੱਖਣ ਦੇ ਸ਼ੌਕ ਨਹੀਂ ਖਬਰੇ ਉਹਨੂੰ ਇਸ ਪਾਸੇ ਲਾ ਦਿੱਤੇ। ਰੰਗ ਬਰੰਗੀ ਭੀੜ 'ਚੋਂ ਆਪਣੇ ਕਿਹੜੇ ਰੰਗ ਨੂੰ ਲੁਕਾਉਂਦਾ ਹੈ, ਇਸ ਗੱਲ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ। ਜੇ ਤੁਹਾਨੂੰ ਪਤਾ ਲੱਗ ਗਿਆ ਫਿਰ ਉਹ ਜਾਦੂਗਰੀ ਕਾਹਦਾ ਹੋਇਆ। ਉਹਦੇ ਤਮਾਸ਼ੇ ਵੇਖ ਲੋਕ ਖੁਸ਼ ਹੁੰਦੇ ਰਹਿੰਦੇ ਆ। ਫਿਰ ਵੀ ਕੁਝ ਲੋਕ ਉਸ ਕੋਲੋਂ ਡਰਨ ਵੀ ਲੱਗ ਪਏ ਆ ਕਿ ਬਾਬਾ ਜਾਦੂਗਰ ਹੈ, ਖਬਰੇ ਤੁਹਾਨੂੰ ਕਿਹੜੇ ਵੇਲੇ ਕੀ ਬਣਾ ਦੇਵੇ। ਇਸ ਤਰ੍ਹਾਂ ਡਰਦੇ ਲੋਕ ਉਹਨੂੰ ਚੰਗੇ ਲੱਗਦੇ ਆ। ਉਹ ਆਖਦਾ ਸੀ, ਜੇ ਤੁਸੀਂ ਨਾ ਡਰਾਓ ਲੋਕ ਤੁਹਾਨੂੰ ਡਰਾਉਣ ਲੱਗ ਜਾਂਦੇ ਆ। ਲੋਕ ਆਖਦੇ ਸੀ ਇਹ ਸਾਰਾ ਜਾਦੂ ਸਿੱਖਣ ਲਈ ਉਹਨੇ ਬੜੀ ਮਿਹਨਤ ਕੀਤੀ ਹੈ, ਕਿੰਨੀਆਂ ਰਾਤਾਂ ਝਾਗੀਆਂ 'ਚ ਲੀਹੇ ਕੱਟੇ ਆ, ਅਨੇਕਾਂ ਗੁਰਪੀਰ ਧਿਆਏ ਹੈ, ਫੇਰ ਕਿਤੇ ਜਾ ਕੇ ਉਹ ਚੰਗਾ ਜਾਦੂਗਰ ਬਣਿਆ। ਉਹ ਕਈ ਵਾਰ ਸੋਚਦਾ ਸੀ, ਮੇਰੀ ਅਜੇ ਉਮਰ ਹੀ ਕੀ ਹੈ, ਹੌਲੀ ਮੈਂ ਤਾਂ ਭੂਤ ਵਾਸ ਕਰ ਲੈਣੇ ਆ। ਨੇੜੇ ਤੇੜੇ ਦੇ ਇਲਾਕੇ 'ਚ ਤਾਂ ਅਜੇ ਵੀ ਉਸ ਜਿੱਡਾ ਜਾਦੂਗਰ ਕੋਈ ਨਹੀਂ ਸੀ, ਪਰ ਉਹ ਤਾਂ ਦੁਨੀਆ ਦੇ ਗਿਣਵੇਂ ਜਾਦੂਗਰਾਂ ਜਿੱਡਾ ਬਣਨ ਦਾ ਦਾਈਆ ਲਾਈ ਬੈਠਾ ਸੀ। ਇਸ ਕੰਮ ਲਈ ਉਹਨੇ ਕਈ ਮੁਲਕਾਂ ਤੋਂ ਕਾਲੇ ਇਲਮ ਦੀਆਂ ਪੋਥੀਆਂ ਮੰਗਵਾਈਆਂ। ਉਹ ਤਾਂ ਇਹ ਵੀ ਸੋਚ ਰਿਹਾ ਸੀ ਕਿ ਮੌਕਾ ਹੱਥ ਲੱਗਿਆ ਤੇ ਦੁਨੀਆ ਭਰ ਦੇ ਵੱਡੇ ਜਿਉਂਦੇ ਜਾਦੂਗਰਾਂ ਨਾਲ ਮਿਲ ਕੇ ਵੀ ਆਵਾਂਗਾ। ਉਹਨਾਂ ਨੂੰ ਦੱਸਾਂਗਾ ਹਿੰਦੁਸਤਾਨ 'ਚ ਵੀ ਜਾਦੂਗਰ ਹੈ। ਛੋਟੇ-ਮੋਟੇ ਜਾਦੂਗਰ ਹੁਣ ਉਹਦੀ ਸ਼ਾਗਿਰਦੀ ਕਰਨ ਵੀ ਆਉਣ ਲੱਗ ਪਏ ਸਨ। ਮਾੜੇ ਮੋਟੇ ਬੰਦੇ ਨੂੰ ਤਾਂ ਉਹ ਗੱਲਾਂ ਬਾਤਾਂ ਨਾਲ ਹੀ ਭਜਾ ਦਿੰਦਾ ਤੇ ਆਖਦਾ, ਹਰ ਐਰਾ ਗੈਰਾ ਨੱਥੂ ਖੈਰਾ ਤੁਹਾਡਾ ਖਿਆਲ ਹੈ ਜਾਦੂਗਰ ਬਣ ਸਕਦਾ ਹੈ। ਪਰ ਜੇ ਕੋਈ ਬਹੁਤਾ ਹੀ ਖਹਿੜੇ ਪੈ ਜਾਂਦਾ ਤਾਂ ਵੱਡੇ ਜਾਦੂਗਰਾਂ ਦੇ ਕੀਤੇ ਕਠਨ ਸਾਧਨ ਤੇ ਜਾਦੂ ਬਾਰੇ ਲਿਖੇ ਔਖੇ ਨੁਸਖੇ ਦੱਸਦਾ। ਬਾਰ ਆਖਦਾ, ਇਹ ਕੰਮ ਏਡਾ ਸੁਖਾਲਾ ਨਹੀਂ ਜਿੱਡਾ ਤੁਸੀਂ ਸਮਝ ਲਿਆ। ਇਹ ਜਾਦੂਗਰ ਆਪਣੇ ਤਮਾਸ਼ੇ ਵਿਖਾ ਕੇ ਕਮਾਈ ਵੀ ਚੰਗੀ ਕਰ ਲੈਂਦਾ ਸੀ, ਜਿਸ ਕਰਕੇ ਉਹਦੇ ਘਰ ਵਾਲੇ ਵੀ ਖੁਸ਼ ਸੀ ਤੇ ਸਾਰੇ ਘਰਦਿਆਂ ਉੱਤੇ ਉਹਦਾ ਬੜਾ ਰੋਹਬ ਸੀ। ਉਹਦੀ ਪਤਨੀ ਉਹਦੀ ਚੋਣ ਵੇਲੇ ਉਹਨੇ ਇੰਨਾ ਹੀ ਪੁੱਛਿਆ ਸੀ ਕਿ ਕਿਤੇ ਉਹਦਾ ਨਾਂ ਜੀਤੋ ਤਾਂ ਨਹੀਂ।
ਕਦੇ ਉਹਦਾ ਕੋਈ ਕਹਿਣਾ ਨਹੀਂ ਸੀ ਮੋੜਦੀ। ਪਰ ਕਦੇ ਕਦੇ ਉਹ ਆਪਣੀ ਮਾਂ ਦੇ ਬਿਸਤਰੇ 'ਚ ਵੜ ਜਾਂਦਾ, ਆਪਣੀ ਮਾਂ ਦੀ ਗੋਦੀ 'ਚ ਸਿਰ ਰੱਖ ਕੇ ਇਉਂ ਪੈ ਜਾਂਦਾ ਜਿਵੇਂ ਉਹ ਇੱਕ ਬਾਲ ਹੋਵੇ ਜਿਹੜਾ ਦੂਜੇ ਜਵਾਕਾਂ ਨੂੰ ਛੇੜ ਕੇ ਫਿਰ ਡਰਦਾ ਮਾਰਾ ਮਾਂ ਦੇ ਕੁੱਛੜ ਜਾ ਲੁਕਿਆ ਹੋਵੇ। ਕਈ ਵਾਰੀ ਉਹ ਕਮਰਾ ਬੰਦ ਕਰਕੇ ਕਿੰਨਾ ਕਿੰਨਾ ਚਿਰ ਇੱਕ ਮੂਰਤੀ ਅੱਗੇ ਹੱਥ ਜੋੜ ਕੇ ਬੈਠਾ ਰਹਿੰਦਾ, ਮੱਥੇ ਟੇਕਦਾ ਰਹਿੰਦਾ। ਉਹਦੀ ਘਰ ਵਾਲੀ ਜਦੋਂ ਕਦੇ ਉਹਨੂੰ ਕਿਸੇ ਝਰੀਤ ਵਿੱਚੋਂ ਦੀ ਇਉਂ ਕਰਦੇ ਨੂੰ ਦੇਖਦੀ ਬੜੀ ਹੈਰਾਨ ਹੁੰਦੀ। ਉਹ ਤੋਂ ਤਾਂ ਸਾਰੇ ਡਰਦੇ ਸੀ ਤੇ ਫਿਰ ਉਹ ਮੂਰਤੀ ਦੇ ਅੱਗੇ ਏਡਾ ਗਰੀਬ ਜਿਹਾ ਹੋ ਕੇ ਹੱਥ ਜੋੜ ਕੇ ਕਿਉਂ ਬੈਠਾ ਰਹਿੰਦਾ, ਉਹ ਸੋਚਦੀ। ਕਈ ਵਾਰੀ ਉਹ ਆਪਣੇ ਦੋਸਤਾਂ ਮਿੱਤਰਾਂ ਨੂੰ ਦਾਵਤਾਂ ਉੱਤੇ ਸੱਦਦਾ, ਵਧੀਆ ਤੋਂ ਵਧੀਆ ਸ਼ਰਾਬ ਉਹਨਾਂ ਨੂੰ ਪਿਆਉਂਦਾ, ਵਧੀਆ ਤੋਂ ਵਧੀਆ ਰੋਟੀ ਉਹਨਾਂ ਨੂੰ ਖਵਾਉਂਦਾ ਤੇ ਤਰ੍ਹਾਂ ਤਰ੍ਹਾਂ ਦੀਆਂ ਆਪਣੀਆਂ ਕਾਮਯਾਬੀ ਦੀਆਂ ਕਹਾਣੀਆਂ ਉਹਨਾਂ ਨੂੰ ਸੁਣਾਉਂਦਾ ਰਹਿੰਦਾ। ਉਹਦੇ ਮਿੱਤਰ ਹੈਰਾਨ ਹੋ ਕੇ ਸੁਣਦੇ, ਵਾਹ-ਵਾਹ ਕਰਦੇ ਤੇ ਇਸ ਗੱਲ ਉੱਤੇ ਇੱਕ ਪੈਗ ਹੋਰ ਪਾ ਲੈਂਦੇ। ਉਹਨਾਂ ਦੇ ਨਾਲ ਰਲ ਕੇ ਉਹ ਆਪ ਵੀ ਬੜੀ ਸ਼ਰਾਬ ਪੀਂਦਾ, ਸ਼ਰਾਬ ਪੀ ਕੇ ਉੱਚੀ ਉੱਚੀ ਹੱਸਦਾ, ਮਾੜੀ ਮਾੜੀ ਗੱਲ ਤੇ ਨੌਕਰਾਂ ਨੂੰ ਡਾਂਟਦਾ, ਨੌਕਰ ਦੇ ਜਾਣ ਮਗਰੋਂ ਫਿਰ ਹੱਸਣ ਲੱਗ ਜਾਂਦਾ। ਦੋਸਤਾਂ ਮਿੱਤਰਾਂ ਨੂੰ ਹਸਾਉਂਦਾ ਵੀ ਤੇ ਉਹਨਾਂ ਦੇ ਮਜ਼ਾਕ ਵੀ ਉਡਾਉਂਦਾ ਤੇ ਕੁਝ ਹੋਰ ਖਾਣ ਲਈ ਮੁੜ ਕਹਿੰਦਾ। ਪਰ ਬਹੁਤੀ ਪੀ ਜਾਣ ਮਗਰੋਂ ਜਦੋਂ ਕਦੇ ਉਹ ਬੇਹੋਸ਼ ਹੋ ਜਾਂਦਾ, ਉਸ ਵੇਲੇ ਕਦੇ ਕਦੇ ਉਹ ਰੋਣ ਵੀ ਲੱਗ ਜਾਂਦਾ ਸੀ। ਸਵੇਰੇ ਜੇ ਕਦੇ ਉਹਨੂੰ ਇਹ ਦੱਸਦਾ ਤਾਂ ਇਹ ਬਿਲਕੁਲ ਇਤਬਾਰ ਨਾ ਕਰਦਾ। ਇਸ ਤਰ੍ਹਾਂ ਬੜੇ ਠਾਠ ਨਾਲ ਉਹਦੀ ਜ਼ਿੰਦਗੀ ਲੰਘਦੀ ਜਾ ਰਹੀ ਸੀ। ਇੱਕ ਦਿਨ ਉਹਦੇ ਇੱਕ ਮਿੱਤਰ ਨੇ ਉਹਨੂੰ ਦੱਸਿਆ ਕਿ ਇਸੇ ਸ਼ਹਿਰ ਵਿੱਚ ਇੱਕ ਕੁੜੀ ਵੀ ਜਾਦੂ ਸਿੱਖ ਰਹੀ ਹੈ। ਅਜੇ ਭਾਵੇਂ ਉਹਨੂੰ ਇੱਕ ਹੀ ਤਮਾਸ਼ਾ ਕਰਨਾ ਆਉਂਦਾ ਹੈ ਕਿ ਉਹ ਇੱਕ ਪੰਛੀ ਨੂੰ ਤੁਹਾਡੇ ਸਾਹਮਣੇ ਰੋਣ ਲਾ ਦਿੰਦੀ ਹੈ ਤੇ ਹੱਸਣ ਲਾ ਦਿੰਦੀ ਹੈ। ਇਹ ਸੁਣ ਜਾਦੂਗਰ ਉੱਚੀ ਉੱਚੀ ਹੱਸਿਆ, ਆਖਣ ਲੱਗਾ, ਕੁੜੀ ਵਿਚਾਰੀ ਦਾ ਕੀ ਹੁੰਦਾ? ਕੁਝ ਦਿਨਾਂ ਮਗਰੋਂ ਕਿਸੇ ਹੋਰ ਨੇ ਉਹਨੂੰ ਦੱਸਿਆ, ਰੋਂਦੇ ਜਾਂ ਹੱਸਦੇ ਪੰਛੀ ਨੂੰ ਵੇਖਣ ਲਈ ਨਿੱਕੇ ਨਿੱਕੇ ਬਾਲ ਉਸ ਕੁੜੀ ਦੇ ਦੁਆਲੇ ਇਕੱਠੇ ਹੋਏ ਰਹਿੰਦੇ ਆ। ਬਾਲਾਂ ਵਿਚਾਰਿਆਂ ਦਾ ਕੀ ਹੁੰਦਾ? ਉਹਨੇ ਫਿਰ ਜਵਾਬ ਦਿੱਤਾ। ਪਰ ਅਜੇ ਬਹੁਤੇ ਦਿਨ ਨਹੀਂ ਸੀ ਲੰਘੇ। ਕਿਸੇ ਹੋਰ ਨੇ ਉਹਨੂੰ ਦੱਸਿਆ ਕਿ ਪਹਿਲੇ ਬੁੱਢੇ ਲੋਕ ਇਸ ਗੱਲ ਦਾ ਇਤਬਾਰ ਨਹੀਂ ਸੀ ਕਰਦੇ, ਪਰ ਹੁਣ ਆਪਣੀਆਂ ਅੱਖਾਂ ਨਾਲ ਵੇਖ ਕੇ ਮੰਨਣ ਲੱਗ ਪਏ ਹੈ ਕਿ ਉਹ ਕੁੜੀ ਪੰਛੀ ਨੂੰ ਹਸਾ ਵੀ ਸਕਦੀ ਹੈ ਤੇ ਰਵਾ ਵੀ ਸਕਦੀ ਹੈ। ਬੁੱਢੇ ਲੋਕਾਂ ਦਾ ਵਿਚਾਰਿਆਂ ਦਾ ਕੀ ਹੁੰਦਾ ਹੈ? ਆਖ ਫਿਰ ਉੱਚੀ ਉੱਚੀ ਹੱਸਣ ਲੱਗ ਪਿਆ। ਜਦੋਂ ਉਸ ਕੁੜੀ ਬਾਰੇ ਬਹੁਤ ਸਾਰੀਆਂ ਰੰਗ ਬਿਰੰਗੀਆਂ ਗੱਲਾਂ ਉਹਨੇ ਸੁਣੀਆਂ ਤਾਂ ਮਜ਼ਾਕ 'ਚ ਇੱਕ ਦਿਨ ਉਹ ਆਪ ਉਹਦਾ ਤਮਾਸ਼ਾ ਵੇਖਣ ਚਲਾ ਗਿਆ। ਉਸ ਕੁੜੀ ਨੇ ਉਹਨੂੰ ਵੇਖ ਲਿਆ, ਉਹ ਮੁਸਕਰਾ ਪਈ, ਉਹ ਦੂਜੇ ਪਾਸੇ ਵੇਖਣ ਲੱਗ ਪਿਆ। ਤਮਾਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਉਸ ਕੋਲ ਆਏ ਦੂਜੇ ਸਭ ਲੋਕ ਜਦੋਂ ਉਸ ਪੰਛੀ ਵੱਲ ਹੀ ਤੱਕ ਰਹੇ ਸੀ ਜਿਹਨੂੰ ਉਹਨੇ ਹਸਾਉਣਾ ਸੀ ਤੇ ਰਵਾਉਣਾ ਸੀ। ਫਿਰ ਹੌਲੀ ਦੇ ਕੇ ਬੋਲੀ, ਤੂੰ ਆ ਗਿਆ, ਬਹੁਤ ਅੱਛਾ ਕੀਤਾ। ਮੈਨੂੰ ਇਹਨਾਂ ਤਮਾਸ਼ਬੀਨਾਂ ਤੋਂ ਹਮੇਸ਼ਾ ਡਰ ਲੱਗਦਾ, ਤੂੰ ਮੇਰੇ ਕੋਲ ਹੀ ਰਹੀਂ। ਜਾਦੂਗਰ ਹੈਰਾਨ ਹੋ ਕੇ ਉਸ ਕੁੜੀ ਨੂੰ ਵੱਲ ਤੱਕਣ ਲੱਗ ਪਿਆ। ਫਿਰ ਉਹ ਥੋੜਾ ਜਿਹਾ ਪਰੇਸ਼ਾਨ ਹੋ ਗਿਆ, ਇਹ ਕੁੜੀ ਮੈਨੂੰ ਇਹ ਕੀ ਆ ਗਈ? ਫਿਰ ਉਹ ਤਮਾਸ਼ਾ ਵੇਖਣ ਲੱਗਿਆ। ਤਮਾਸ਼ਾ ਕੀ ਸੀ? ਆਪ ਜਾਦੂਗਰ ਹੋਣ ਕਰਕੇ ਉਹ ਝਟ ਸਮਝ ਗਿਆ ਕਿ ਜਦੋਂ ਪੰਛੀ ਰੋਂਦਾ ਹੈ ਤਾਂ ਅਸਲ 'ਚ ਉਹਦੇ ਸਾਹਮਣੇ ਬੈਠੀ ਉਹ ਕੁੜੀ ਆਪ ਰੋਂਦੀ ਹੈ। ਪਰ ਲੋਕ ਇੱਕੋ ਤਰ੍ਹਾਂ ਦੇ ਰੋਣ ਨੂੰ ਜਾਣਦੇ ਆ ਤੇ ਉਹ ਨਹੀਂ ਦੇਖ ਸਕਦੇ, ਪਰ ਪੰਛੀ ਉਹਦੇ ਬਿਨਾਂ ਰੋਣ ਨੂੰ ਵੇਖ ਕੇ ਰੋ ਪੈਂਦਾ ਹੈ। ਇਸ ਤਰ੍ਹਾਂ ਜਦੋਂ ਆਪ ਹੱਸਦੀ ਹੈ ਪਰ ਲੋਕ ਕਿਸਮ ਇੱਕੋ ਕਿਸਮ ਦੇ ਹਾਸੇ ਨੂੰ ਜਾਣਦੇ ਆ, ਇਸ ਲਈ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਹੱਸ ਰਹੀ ਹੈ। ਪਰ ਪੰਛੀ ਬਿਨਾਂ ਹੱਸਿਆ ਉਹਨੂੰ ਹੱਸਦੀ ਨੂੰ ਜਦੋਂ ਵੇਖਦਾ ਤੇ ਨਾਲ ਹੱਸ ਪੈਂਦਾ ਹੈ। ਲੋਕ ਸਮਝਦੇ ਨੇ ਤਮਾਸ਼ਾ ਹੋ ਰਿਹਾ, ਪਰ ਜਾਦੂਗਰ ਇਹ ਸਭ ਕੁਝ ਸਮਝਦਾ ਸੀ, ਇਸ ਲਈ ਉਹ ਲੋਕਾਂ ਦੇ ਨਾਲ ਇਸ ਤਮਾਸ਼ੇ ਉੱਤੇ ਠਾ ਕਰਕੇ ਹੱਸਿਆ ਕੋਈ ਨਾ, ਕਲਕਾਰੀਆਂ ਕੋਈ ਨਾ ਮਾਰੀਆਂ। ਉਹਨੇ ਤਮਾਸ਼ਾ ਕਰ ਚੁੱਕੀ ਕੁੜੀ ਦੀਆਂ ਅੱਖਾਂ ਵਿੱਚ ਧਿਆਨ ਨਾਲ ਦੇਖਿਆ ਤੇ ਉਦਾਸ ਹੋ ਕੇ ਬੋਲਿਆ, ਤੂੰ ਇਹ ਤਮਾਸ਼ਾ ਨਾ ਕਰਿਆ ਕਰ, ਮਰ ਜਾਏਂਗੀ। ਕੁੜੀ ਨੇ ਕੋਈ ਉੱਤਰ ਨਾ ਦਿੱਤਾ। ਤੂੰ ਇਹ ਤਮਾਸ਼ਾ ਕਿਉਂ ਕਰਦੀ? ਭੀੜ ਦੇ ਖਿੰਡ-ਪੁੱਟ ਜਾਣ ਪਿੱਛੋਂ ਜਾਦੂਗਰ ਨੇ ਉਹਦੇ ਕੋਲ ਹੋ ਕੇ ਪੁੱਛਿਆ। ਇਕੱਲੇ ਰੋਣ ਨਾਲੋਂ ਕਿਸੇ ਦੇ ਕੋਲ ਰੋ ਲੈਣਾ ਸੁਖਾਲਾ ਹੁੰਦਾ ਹੈ, ਭਾਵੇਂ ਉਹ ਪੰਛੀ ਹੋਵੇ। ਪਰ ਜਦੋਂ ਵੀ ਪੰਛੀ ਰੋ ਪੈਂਦਾ ਮੇਰਾ ਜੀ ਔਖਾ ਹੋ ਜਾਂਦਾ ਹੈ। ਫਿਰ ਮੈਂ ਆਪ ਹੱਸ ਕੇ ਉਹਨੂੰ ਹਸਾਉਣ ਦੀ ਕੋਸ਼ਿਸ਼ ਕਰਦੀ ਹਾਂ। ਉਸ ਕੁੜੀ ਨੇ ਆਪਣੇ ਤਮਾਸ਼ੇ ਬਾਰੇ ਸੱਚੀ ਗੱਲ ਦੱਸੀ। ਉਸ ਦਿਨ ਜਾਦੂਗਰ ਬੜਾ ਉਦਾਸ ਘਰ ਪਰਤਿਆ ਤੇ 2-3 ਮਿੱਤਰ ਉਹਨੂੰ ਉਡੀਕ ਰਹੇ ਸਨ। ਉਹਨਾਂ ਦੇ ਨਾਲ ਉਹ ਸ਼ਰਾਬ ਪੀਣ ਤਾਂ ਬੈਠ ਗਿਆ, ਪਰ ਅੱਜ ਉਹਨੇ ਆਪਣੇ ਜਾਦੂ ਦੀ ਕੋਈ ਕਥਾ ਕਹਾਣੀ ਨਾ ਸੁਣਾਈ। ਉਹਨੇ ਸ਼ਰਾਬ ਵੀ ਨਾ ਪੀਤੀ। ਮਿੱਤਰ ਨੂੰ ਬਹੁਤੀ ਪੀਣ ਲਈ ਅੱਜ ਜ਼ੋਰ ਨਾ ਲਾਇਆ। ਅੱਜ ਉਹਨੇ ਕਿਸੇ ਵੀ ਗੱਲ ਉੱਤੇ ਨੌਕਰ ਨਾਲ ਨਾ ਝਿੜਕਿਆ। ਅੱਜ ਉੱਚਾ ਹੱਸਿਆ ਵੀ ਨਾ। ਮਿੱਤਰ ਹੈਰਾਨ ਸੀ, ਤਰ੍ਹਾਂ ਦੀਆਂ ਗੱਲਾਂ ਕਰਕੇ ਉਹਦਾ ਜੀ ਲਾਉਣ ਦੀ ਕੋਸ਼ਿਸ਼ ਕਰਦੇ ਰਹੇ। ਉਹਨਾਂ ਦਾ ਖਿਆਲ ਸੀ ਇਹਨੂੰ
ਕਿਸੇ ਕਿਸਮ ਦਾ ਸਦਮਾ ਲੱਗਿਆ, ਪਰ ਉਹਦੇ ਦੱਸੇ ਬਿਨਾਂ ਉਹ ਕੀ ਆਖਣ। ਫਿਰ ਉਹਨਾਂ ਨੇ ਉਹਦੇ ਜਾਦੂ ਦੇ ਕਮਾਲ ਦੀਆਂ ਗੱਲਾਂ ਛੋਹ ਲਈਆਂ। ਉਹ ਹੈਰਾਨ ਹੋ ਕੇ ਉਹਨਾਂ ਦੇ ਮੂੰਹ ਵੱਲ ਤੱਕਣ ਲੱਗਿਆ, ਜਿਵੇਂ ਉਹ ਕਿਸੇ ਹੋਰ ਦੀਆਂ ਹੀ ਗੱਲਾਂ ਕਰ ਰਹੇ ਹੋਣ। ਹੁੰਗਾਰਾ ਮਿਲਦਾ ਨਾ ਵੇਖ, ਉਹਨਾਂ ਨੇ ਉਹਨਾਂ ਲੋਕਾਂ ਦੀ ਨਿੰਦਿਆ ਦਾ ਗੇੜ ਗੇੜਨਾ ਸ਼ੁਰੂ ਕਰ ਦਿੱਤਾ। ਉਹਨਾਂ ਦੀ ਨਿੰਦਿਆ ਸੁਣ ਕੇ ਉਹ ਖੁਸ਼ ਹੁੰਦਾ ਸੀ, ਪਰ ਅੱਜ ਉਹਨੇ ਇਸ ਪਾਸੇ ਕੋਈ ਧਿਆਨ ਹੀ ਨਾ ਦਿੱਤਾ। ਹਾਰ ਕੇ ਉੱਠ ਕੇ ਹੀ ਚਲੇ ਗਏ। ਉਹਨਾਂ ਦੀ ਜਾਣ ਮਗਰੋਂ ਬੜਾ ਚਿਰ ਕਮਰਾ ਬੰਦ ਕਰਕੇ ਮੂਰਤੀ ਦੇ ਅੱਗੇ ਬੈਠਾ ਰਿਹਾ। ਫਿਰ ਉਹ ਆਪਣੀ ਮਾਂ ਦੇ ਕਮਰੇ 'ਚ ਗਿਆ। ਉਹ ਸੌਂ ਚੁੱਕੀ ਸੀ। ਪਹਿਲੇ ਤਾਂ ਉਹ ਪਰਤਣ ਲੱਗਿਆ, ਫਿਰ ਉਹ ਉੱਥੇ ਖੜੋ ਕੇ ਉਹਦੇ ਮੂੰਹ ਵੱਲ ਤੱਕਣ ਲੱਗ ਪਿਆ। ਖਬਰੇ ਕੀ ਹੋਇਆ, ਉਹਦੀ ਮਾਂ ਦੀ ਅੱਖ ਖੁੱਲ ਗਈ। ਕੀ ਗੱਲ ਹੈ ਬੇਟਾ? ਉਹਦੀ ਮਾਂ ਨੇ ਉੱਠ ਕੇ ਬੈਠਦਿਆਂ ਪੁੱਛਿਆ। ਮੇਰਾ ਸਿਰ ਦੁਖਦਾ ਹੈ ਮਾਂ, ਸਿਰ ਘੁੱਟ ਦੇ। ਉਹ ਮਾਂ ਦੇ ਮੰਜੇ ਉੱਤੇ ਬੈਠ ਕੇ ਉਹਦੇ ਗੋਡਿਆਂ ਉੱਤੇ ਆਪਣਾ ਸਿਰ ਰੱਖਦਾ ਬੋਲਿਆ। ਮਾਂ ਉਹਦਾ ਸਿਰ ਦਬਾਉਣ ਲੱਗ ਪਈ। ਸਿਰ ਦਬਾਉਂਦੀ ਤਾਂ ਉਹਦਾ ਹੱਥ ਉਹਦੀਆਂ ਅੱਖਾਂ ਨੂੰ ਛੋਹ ਗਿਆ। ਹੈ, ਤੂੰ ਰੋ ਰਿਹਾ? ਕਿਉਂ? ਉਹਨੇ ਮੱਥੇ ਉੱਤੇ ਪਿਆਰ ਦਿੰਦਿਆਂ ਪੁੱਛਿਆ। ਪਲਕ ਸਿਰ ਘੁੱਟਵਾ ਕੇ ਬੋਲਿਆ, ਬਸ ਮਾਂ, ਹੁਣ ਤੂੰ ਸੌਂ ਜਾ। ਲਿਆ ਹੋਰ ਘੁੱਟ ਦਿੰਨੀ ਆ, ਉਹਨੇ ਪੁੱਛਿਆ। ਨਹੀਂ ਬਸ ਬਸ, ਆਖਦਾ ਉੱਥੋਂ ਤੁਰ ਆਇਆ। ਕਿੰਨੀ ਰਾਤ ਗਈ ਤੱਕ ਉਹ ਆਪਣੇ ਧੰਦੇ ਦੀਆਂ ਕਿਤਾਬਾਂ ਪੜ੍ਹਦਾ ਰਿਹਾ। ਫਿਰ ਚੁੱਪਚਾਪ ਕਰਕੇ ਪਿਆ ਕੁਝ ਸੋਚਦਾ ਰਿਹਾ। ਹੈ, ਅੱਜ ਤੁਸੀਂ ਸੁੱਤੇ ਨਹੀਂ ਅਜੇ ਤੱਕ? ਕਿਤੇ ਬੜੀ ਰਾਤ ਗਈ। ਅੱਖ ਖੁੱਲ੍ਹਣ ਉੱਤੇ ਉਹਦੀ ਪਤਨੀ ਨੇ ਪੁੱਛਿਆ। ਮੈਂ ਸੋਚ ਰਿਹਾ ਸੀ, ਭਲਾ ਜੇ ਮੈਂ ਮਰ ਜਾਵਾਂ ਤੂੰ ਕੀ ਕਰੇਂਗੀ? ਕਹੇ ਬੁੱਲ ਮੂੰਹ ਕੱਢ ਦਿਓ, ਰਾਮ ਰਾਮ ਕਰੋ, ਮਰਨ ਤੁਹਾਡੇ ਦੁਸ਼ਮਣ, ਆਖ ਕੇ ਪਤਨੀ ਉਹਨਾਂ ਦੇ ਹੋਰ ਨੇੜੇ ਹੋ ਗਈ। ਅਗਲੇ ਦਿਨ ਉਹ ਬੜਾ ਬੇਚੈਨ ਰਿਹਾ, ਭਾਵੇਂ ਉਹਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਬੇਚੈਨ ਕਿਉਂ ਹੈ। ਸਾਰਾ ਦਿਨ ਉਹਨੇ ਕੰਮ ਵੀ ਕੋਈ ਨਾ ਕੀਤਾ। ਦਿਨ ਢਲਣ ਲੱਗਿਆ, ਉੱਠ ਕੇ ਤਿਆਰ ਹੋਣ ਲੱਗ ਪਈ। ਭਾਵੇਂ ਉਹਨੇ ਫੈਸਲਾ ਕੀਤਾ ਸੀ ਕਿ ਅੱਜ ਉਹ ਕਿਧਰੇ ਨਹੀਂ ਜਾਏਗਾ। ਤਿਆਰ ਹੋ ਕੇ ਬੂਹੇ ਅੱਗੇ ਆ ਖਲੋਤਾ। ਉਂਝ ਹੀ ਆਉਂਦੇ ਜਾਂਦੇ ਲੋਕਾਂ ਵੱਲ ਤੱਕਦਾ ਰਿਹਾ, ਜਿਨ੍ਹਾਂ 'ਚੋਂ ਬਹੁਤੇ ਉਹਨੂੰ ਸਾਬ ਸਲਾਮ ਕਰਕੇ ਲੰਘੇ। ਫਿਰ ਉਹ ਗਲੀ 'ਚ ਆ ਗਿਆ। ਫਿਰ ਗਲੀ ਤੋਂ ਪਾਰ ਹੋ ਕੇ ਫਿਰ ਮੁੜ ਕੇ ਉਸ ਚੌਂਕ 'ਚ ਪਹੁੰਚ ਗਿਆ ਜਿੱਥੇ ਉਹ ਕੁੜੀ ਤਮਾਸ਼ਾ ਕਰਦੀ ਹੁੰਦੀ ਸੀ। ਤਮਾਸ਼ੇ ਵਿੱਚ ਅਜੇ ਦੇਰ ਸੀ। ਉਹ ਕੁੜੀ ਆਪਣੇ ਪੰਛੀ ਕੋਲ ਬੈਠੀ ਸੀ। ਉਹਨੂੰ ਆਇਆ ਦੇਖ ਉਹ ਮੁਸਕਰਾ ਪਈ। ਇੱਕ ਅਜੀਬ ਕਿਸਮ ਦੀ ਲਿਸ਼ਕ ਜਾਦੂਗਰ ਨੇ ਉਹਦੀਆਂ ਅੱਖਾਂ 'ਚ ਵੇਖੀ। ਮੈਨੂੰ ਪਤਾ ਸੀ ਆਓਗੇ, ਉਹ ਖੁਸ਼ ਹੋ ਕੇ ਬੋਲੀ। ਨਹੀਂ ਨਹੀਂ, ਮੈਂ ਤਾਂ ਕਿਧਰੋਂ ਕੰਮ ਚੱਲਿਆ, ਮੈਂ ਤਮਾਸ਼ਾ ਦੇਖਣ ਤਾਂ ਨਹੀਂ ਆਇਆ, ਉਹ ਬੋਲਿਆ। ਤੇ ਨਾਲ ਹੀ ਉਹਨੇ ਆਲੇ ਦੁਆਲੇ ਵੇਖਿਆ ਕਿ ਕਿਧਰੇ ਲੋਕ ਦੇਖ ਤਾਂ ਨਹੀਂ ਰਹੇ ਵੀ ਇੱਕ ਜਾਦੂਗਰ ਵੀ ਇਸ ਕੁੜੀ ਦਾ ਤਮਾਸ਼ਾ ਵੇਖਣ ਆਇਆ। ਕੁੜੀ ਦੇ ਮੂੰਹ ਉੱਤੇ ਇੱਕ ਝੇਂਪ ਆ ਗਈ, ਪਰ ਫਿਰ ਹੌਸਲਾ ਕਰਕੇ ਉਹਨੇ ਕਿਹਾ, ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਤਮਾਸ਼ਬੀਨਾਂ ਤੋਂ ਮੈਨੂੰ ਬਹੁਤ ਗੁੱਸਾ ਲੱਗਦਾ ਹੈ, ਤੁਸੀਂ ਮੇਰੇ ਕੋਲ ਰਹਿਣਾ। ਇਹ ਸੁਣ ਕੇ ਜਾਦੂਗਰ ਫੇਰ ਪਰੇਸ਼ਾਨ ਹੋ ਗਿਆ। ਉਸਨੇ ਕੁੜੀ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਧਿਆਨ ਨਾਲ ਵੇਖਿਆ। ਇਹਨਾਂ ਅੱਖਾਂ ਬਾਰੇ ਕੁਝ ਲੋਕ ਰੰਗ ਬਿਰੰਗੀਆਂ ਗੱਲਾਂ ਕਰਦੇ ਰਹਿੰਦੇ ਸੀ। ਇੱਕ ਉਹਨੂੰ ਲੱਗਿਆ ਜਿਵੇਂ ਜਾਦੂਗਰ ਨਾ ਹੱਸੇ ਨਾ ਹੋ ਕੇ ਉਹ ਇੱਕ ਮਨੁੱਖ ਹੋਵੇ। ਉਹਨੇ ਝੁੰਝਲਾ ਕੇ ਉਸ ਕੁੜੀ ਵੱਲ ਕਦਮ ਪੁੱਟਿਆ ਹੀ ਸੀ ਕਿ ਤਮਾਸ਼ਬੀਨਾਂ 'ਚੋਂ ਕਿਸੇ ਨੇ ਉਹਦਾ ਨਾਂ ਲਿਆ। ਉੱਥੇ ਰੁਕ ਗਿਆ, ਪੁੱਠਾ ਮੁੜ ਪਿਆ, ਉੱਚੀ ਉੱਚੀ ਹੱਸ ਪਿਆ। ਇਹ ਤਮਾਸ਼ਾ ਤਾਂ ਉਹ ਭੀੜ ਨੂੰ ਸੰਬੋਧਨ ਕਰਕੇ ਕੁਝ ਆਖਣ ਹੀ ਲੱਗਾ ਸੀ ਕਿ ਉਹ ਕੁੜੀ ਉਹਨੂੰ ਆਪਣੇ ਵੱਲ ਆਉਂਦੀ ਦਿਸੀ। ਉਹ ਗੱਲ ਵਿੱਚ ਹੀ ਭੁੱਲ ਗਿਆ। ਫਿਰ ਉੱਥੇ ਹੋਰ ਨਾ ਖੜੋਤਾ ਘਰ ਨੂੰ ਤੁਰ ਪਿਆ। ਅੱਜ ਆਥਣੇ ਸ਼ਰਾਬ ਪੀਂਦਿਆਂ ਉਹਨੇ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸਿਆ, ਮੈਂ ਤਾਂ ਇਹ ਸ਼ਹਿਰ ਛੱਡ ਕੇ ਜਾ ਰਿਹਾ। ਹੁਣ ਤੇਰੀ ਮਰਜ਼ੀ, ਉਹਨਾਂ ਨੇ ਹੈਰਾਨ ਹੋ ਕੇ ਪੁੱਛਿਆ। ਕੀ ਹੈ ਯਾਰ? ਉਹੀ ਸ਼ਹਿਰ, ਉਹੀ ਲੋਕ, ਉਹੀ ਯਾਰ ਮਿੱਤਰ, ਉਹੀ ਗੱਲਾਂ। ਜੀ ਕੁਤਾ ਗਿਆ ਹੈ ਕਿਸੇ ਨਵੇਂ ਸ਼ਹਿਰ ਜਾ ਕੇ ਕਿਸੇ ਨਵੇਂ ਸ਼ਹਿਰ ਜਾ ਕੇ ਨਵੇਂ ਲੋਕਾਂ 'ਚ ਰਹਾਂਗੇ, ਨਵੇਂ ਗੱਲਾਂ ਸੁਣਾਂਗੇ, ਆਪਣੇ ਜਾਦੂ ਦਾ ਕਮਾਲ ਵਿਖਾਵਾਂਗੇ, ਉਹਨੇ ਦੱਸਿਆ। ਪਰ ਇਸੇ ਘੜੀ ਉਹਨੂੰ ਲੱਗਿਆ ਜਿਵੇਂ ਮਸਾਂ ਬਣੇ ਮਨੁੱਖ ਤੋਂ ਉਹ ਫਿਰ ਜਾਦੂਗਰ ਬਣ ਗਿਆ ਹੋਵੇ। ਧੰਨਵਾਦ। ਅਗਲੀ ਕਹਾਣੀ ਹੈ ਇੱਕ ਖਰਾਬ ਔਰਤ। ਅੱਜ ਫਿਰ ਉਹ ਬਹੁਤ ਸਾਰੀ ਸ਼ਰਾਬ ਪੀ ਕੇ ਸੁੱਤਾ ਸੀ। ਸੁੱਤਾ ਸ਼ਾਇਦ ਉਹ ਨਹੀਂ ਸੀ, ਸ਼ਰਾਬ ਪੀ ਕੇ ਉਹਨੂੰ ਇਸੇ ਕਿਸਮ ਦੀ ਨੀਂਦ ਆਉਂਦੀ ਸੀ। ਕਦੇ ਅੱਖ ਲੱਗ ਗਈ, ਕਦੇ ਖੁੱਲ ਗਈ। ਉਹਨੂੰ ਲੱਗਿਆ ਉਹ ਆਈ ਹੈ। ਉਹ ਭਾਵੇਂ ਉਹਦੇ ਘਰ ਕਦੇ ਨਹੀਂ ਸੀ ਆਈ, ਪਰ ਜਦੋਂ ਵੀ ਦਰਵਾਜ਼ੇ ਤੇ ਦਸਤਕ ਹੁੰਦੀ ਉਹਨੂੰ ਲੱਗਦਾ ਉਹ ਆਈ ਹੈ। ਉਹਨੇ ਸੋਚਿਆ ਸ਼ਾਇਦ ਮੈਨੂੰ ਸੁਪਨਾ ਆਇਆ ਹੋਵੇ ਕਿ ਦਰਵਾਜ਼ੇ ਉੱਤੇ ਕਿਸੇ ਨੇ ਦਸਤਕ ਦਿੱਤੀ ਹੈ।
पर नहीं, ਭੋਲੇ ਜੇ ਕਿਸੇ ਨੇ ਫੇਰ ਦਸਤਕ ਦਿੱਤੀ। ਉਹ ਲੜਖੜਾਉਂਦਾ ਉੱਠਿਆ। ਹਨੇਰੇ 'ਚ ਜੁੱਤੀ ਨਹੀਂ ਲੱਭਦੀ। ਉਹ ਨੰਗੇ ਪੈਰੀ ਲਾਈਟ ਬਾਲਦਾ ਹੈ, ਬੂਹਾ ਖੋਲ੍ਹਦਾ ਹੈ। ਉਹ ਸੱਚਮੁੱਚ ਉਹੀ ਸੀ। ਤੁਸੀਂ? ਉਹਦੇ ਬੋਲ ਲੜਖੜਾ ਗਏ। ਹਾਂ ਮੈਂ। ਉਹ ਬੇਪਰਵਾਹੀ ਨਾਲ ਹੱਸੀ ਤੇ ਅੰਦਰ ਲੰਘ ਆਈ। ਉਹ ਜਕੋ ਤੋਂ ਕੁਝ ਖੜਾ ਰਿਹਾ। ਬੂਹਾ ਬੰਦ ਕਰ ਦਿਓ, ਮਤੇ ਕੋਈ ਦੇਖ ਲਏਗਾ। ਆਖਰ ਫੇਰ ਹੱਸ ਪਈ, ਪਰ ਹੁਣ ਉਹ ਨਹੀਂ ਹੱਸਿਆ। ਬੂਹਾ ਬੰਦ ਕਰਕੇ ਬਿਸਤਰੇ 'ਚ ਆ ਬੈਠਾ। ਉਹ ਸਾਹਮਣੇ ਕੁਰਸੀ ਤੇ ਆ ਬੈਠੀ। ਕੀ ਗੱਲ? ਉਹ ਬੋਲਿਆ। ਤੁਸੀਂ ਪੁੱਛਿਆ ਨਹੀਂ ਮੈਂ ਇਸ ਵੇਲੇ ਕਿਉਂ ਆ ਗਈ ਹਾਂ ਤੁਹਾਡੇ ਕੋਲ? ਜਦੋਂ ਆ ਹੀ ਗਏ ਹੋ ਫਿਰ ਤਾਂ ਠੀਕ ਹੈ, ਪੈਰ ਰਜਾਈ 'ਚ ਰੱਖ ਲਓ, ਠੰਡ ਬੜੀ ਤੇਜ਼ ਹੈ। ਉਹਨੇ ਪੈਰ ਰਜਾਈ 'ਚ ਰੱਖ ਲਏ। ਮਰਦ ਨੇ ਉਹਦੇ ਠਰੇ ਪੈਰਾਂ ਨੂੰ ਆਪਣੇ ਨਿੱਘੇ ਹੱਥਾਂ ਨਾਲ ਘੁੱਟਿਆ। ਔਰਤ ਦੀਆਂ ਅੱਖਾਂ ਮਿਟ ਗਈਆਂ, ਜਿਵੇਂ ਕੁਰਸੀ ਉੱਤੇ ਹੀ ਸੌਣ ਲੱਗ ਪਈ ਹੋਵੇ। ਤੁਹਾਡੇ ਪੈਰ ਕਿੱਡੇ ਸੋਹਣੇ ਨੇ। ਮਰਦ ਨੇ ਰਜਾਈ ਦਾ ਲੜ ਚੁੱਕਿਆ ਤੇ ਉਹਦੇ ਪੈਰਾਂ ਵੱਲ ਤੱਕਦਿਆਂ ਬੋਲਿਆ। ਹਾਂ, ਉਹ ਬੋਲੀ। ਬੜਾ ਜੀ ਕਰਦਾ ਹੁੰਦਾ ਸੀ ਕਿ ਤੁਹਾਡੇ ਨਾਲ ਗੱਲਾਂ ਕਰਨ ਨੂੰ ਮਿਲਣ, ਪਰ ਮੇਰੀ ਤਾਂ ਤੁਹਾਨੂੰ ਬੁਲਾਉਣ ਦੀ ਹਿੰਮਤ ਨਹੀਂ ਸੀ ਪੈਂਦੀ। ਉਹ ਜ਼ਰਾ ਕੁ ਰੁਕ ਕੇ ਬੋਲਿਆ। ਇਸ ਲਈ ਕਿ ਤੁਹਾਡੀ ਬਦਨਾਮੀ ਨਾ ਹੋ ਜਾਏ। ਨਹੀਂ, ਹੋਰ ਕੀ। ਮੈਨੂੰ ਤੇ ਤੁਹਾਡੇ ਕੋਲੋਂ ਡਰ ਲੱਗਦਾ ਸੀ। ਮੈਨੂੰ ਲੱਗਦਾ ਸੀ ਕਿ ਉਹਦੇ ਕੋਲ ਬੈਠਿਆਂ ਮੈਨੂੰ ਖਬਰੇ ਕੀ ਹੋ ਜਾਵੇ, ਸ਼ਾਇਦ ਮੈਂ ਪਾਗਲ ਹੋ ਜਾਵਾਂ। ਇਸੇ ਲਈ ਮੈਂ ਤੁਹਾਨੂੰ ਜਾਣ ਬੁੱਝ ਕੇ ਨਹੀਂ ਸੀ ਮਿਲਦਾ। ਪਰ ਅੱਜ ਤਾਂ ਮੈਂ ਆਪ ਚੱਲ ਕੇ ਇੱਕ ਦੂਜੇ ਕੋਲ ਆਏ ਹਾਂ। ਅੱਜ ਮੈਨੂੰ ਲੱਗਦਾ ਮੈਂ ਤੁਹਾਨੂੰ ਰੋਜ਼ ਉਡੀਕਦਾ ਸੀ। ਹੁਣ ਮੈਨੂੰ ਛੱਡ ਕੇ ਤਾਂ ਨਹੀਂ ਜਾਓਗੇ? ਉਹ ਹੱਸ ਪਈ ਤੇ ਉਹ ਰੋ ਪਿਆ। ਸਵੇਰੇ ਦਿਨ ਦੇ ਚਿੱਟੇ ਚਾਨਣ 'ਚ ਵੀ ਇਹ ਆਖ ਸਕੋਗੇ ਮੈਂ ਰੱਬ ਨੂੰ ਨਹੀਂ ਮੰਨਦਾ, ਪਰ ਅੱਜ ਰੱਬ ਦੇ ਸਾਹਮਣੇ ਵੀ ਆਖਣ ਨੂੰ ਤਿਆਰ ਆ। ਤੁਹਾਨੂੰ ਇਹ ਨਹੀਂ ਲੱਗਦਾ ਕਿ ਖਰਾਬ ਔਰਤ ਹੀ ਰਾਤ ਨੂੰ ਇਕੱਲੀ ਕਿਸੇ ਪਰਾਏ ਮਰਦ ਦੇ ਘਰ ਇਉਂ ਜਾ ਸਕਦੀ ਹੈ? ਨਹੀਂ, ਮੈਂ ਜਾਣਦਾ ਖਰਾਬ ਔਰਤਾਂ ਕਿਹੋ ਜਿਹੀਆਂ ਹੁੰਦੀਆਂ ਨੇ। ਮੇਰਾ ਇੱਕ ਦੋਸਤ ਕਦੇ ਕਦੇ ਖਰਾਬ ਔਰਤ ਨੂੰ ਰਾਤ ਲਈ ਲਿਆਉਂਦਾ ਹੁੰਦਾ ਸੀ। ਉਦੋਂ ਮੈਂ ਹੇਠਾਂ ਡਰਾਇੰਗ ਰੂਮ 'ਚ ਸੌਂਦਾ ਸੀ। ਸਵੇਰੇ ਇਸ ਕਮਰੇ ਦੀ ਹਰ ਚੀਜ਼ 'ਚੋਂ ਮੈਨੂੰ ਖੁਸ਼ਕ ਆਉਂਦੀ ਪ੍ਰਤੀਤ ਹੁੰਦੀ। ਫਿਰ ਮੈਂ ਸਾਰਾ ਕਮਰਾ ਲੂਣ ਵਾਲੇ ਪਾਣੀ ਨਾਲ ਧੋਂਦਾ, ਪਰ ਤੁਹਾਡੇ ਆਉਣ ਨਾਲ ਤਾਂ ਜਿਵੇਂ ਕਮਰੇ 'ਚ ਮਹਿਕ ਆਉਣ ਲੱਗ ਪਈ ਹੋਵੇ। ਪਰ ਤੁਹਾਨੂੰ ਪਤਾ ਹੈ ਕਿ ਲੋਕ ਮੈਨੂੰ ਖਰਾਬ ਔਰਤ ਸਮਝਦੇ ਨੇ। ਉਹ ਆਖਦੇ ਨੇ ਕੋਈ ਸ਼ਰੀਫ ਔਰਤ ਕਦੋਂ ਮਰਦਾਂ ਨਾਲ ਲਾਈਨ ਉੱਤੇ ਬੈਠ ਕੇ ਗੱਲ ਕਰਦੀ ਹੈ। ਇੱਕ ਔਰਤ ਕਦੇ ਕਿਸੇ ਮਰਦ ਨੂੰ ਆਪਣੇ ਘਰ ਆਉਣ ਲਈ ਆਖਦੀ ਹੈ? ਇੱਕ ਸ਼ਰੀਫ ਔਰਤ ਕਦੋਂ ਆਪਣੇ ਮਰਦ ਨੂੰ ਛੱਡਦੀ ਹੈ? ਇੱਕ ਸ਼ਰੀਫ ਔਰਤ। ਮੈਂ ਇਹ ਸਭ ਸੁਣਦਾ ਸੀ ਤੇ ਕਦੇ ਕਦੇ ਮੈਨੂੰ ਲੱਗਦਾ ਸੀ ਸ਼ਾਇਦ ਇਹ ਸਭ ਸੱਚ ਹੈ, ਪਰ ਫਿਰ ਜਦੋਂ ਮੈਂ ਤੁਹਾਡੇ ਮੂੰਹ ਵੱਲ ਵੇਖਦਾ ਤਾਂ ਮੈਨੂੰ ਲੱਗਦਾ ਕਿ ਇਹ ਸਭ ਝੂਠ ਹੈ, ਬਕਵਾਸ ਹੈ। ਸ਼ਕਲਾਂ ਧੋਖੇਬਾਜ਼ ਵੀ ਤਾਂ ਹੁੰਦੀਆਂ। ਤੁਹਾਡੀ ਸ਼ਕਲ ਨਹੀਂ, ਪਰ ਇੱਕ ਗੱਲ ਮੈਂ ਬਹੁਤ ਹੈਰਾਨ ਹੁੰਦਾ ਸੀ, ਕਿਹੋ ਜਿਹਾ ਹੋਏਗਾ ਉਹ ਮਰਦ ਜਿਸ ਦੀ ਇਸ ਨਾਲ ਵੀ ਨਾ ਬਣੀ। ਪਹਿਲੀ ਰਾਤ ਉਹਨੇ ਬਹੁਤ ਸ਼ਰਾਬ ਪੀਤੀ ਤੇ ਉਹਨੇ ਜੇਬ 'ਚੋਂ ਇੱਕ ਛੋਟੇ ਫੋਟੋ ਕੱਢ ਕੇ ਮੈਨੂੰ ਵਿਖਾਈ ਤੇ ਆਖਿਆ, ਮੈਂ ਇਹਨੂੰ ਮੁਹੱਬਤ ਕਰਦਾ, ਇਸ ਲਈ ਤੈਨੂੰ ਨਹੀਂ ਅਪਣਾ ਸਕਦਾ, ਤੂੰ ਮੈਨੂੰ ਮਾਫ਼ ਕਰ ਦੇ। ਫਿਰ ਮੈਂ ਆਪਣੇ ਘਰ ਆ ਗਈ। ਫਿਰ ਕਹਾਣੀ ਖਤਮ ਹੋ ਗਈ। ਪਰ ਅੱਜ ਮੈਂ ਤੁਹਾਡੇ ਨਾਲ ਇਹ ਗੱਲਾਂ ਕਰਨ ਨਹੀਂ ਆਈ। ਫਿਰ ਉਸ ਬੰਦੇ ਨੇ ਤੇਰੇ ਨਾਲ ਵਿਆਹ ਹੀ ਕਿਉਂ ਕੀਤਾ ਸੀ? ਕਿਉਂਕਿ ਉਹਦੀ ਮਾਂ ਆਖਦੀ ਸੀ ਵਿਆਹ ਮੈਂ ਨਹੀਂ ਕਰਾਂਗਾ ਤਾਂ ਮੈਂ ਜ਼ਹਿਰ ਖਾ ਕੇ ਮਰ ਜਾਵਾਂਗੀ। ਹੋਰ ਸ਼ਰਾਬ ਹੈ? ਹਾਂ, ਕੀ ਗੱਲ? ਮੈਂ ਪੀਣੀ ਚਾਹੁੰਦੀ ਹਾਂ। ਮਰਦ ਨੇ ਉੱਠ ਕੇ ਗਲਾਸ 'ਚ ਸ਼ਰਾਬ ਪਾ ਕੇ ਤੇ ਪਾਣੀ ਪਾ ਕੇ ਉਹਨੂੰ ਫੜਾ ਦਿੱਤਾ। ਉਹ ਇੱਕੋ ਸਾਹ ਪੀ ਗਈ। ਬਸ? ਮਰਦ ਨੇ ਪੁੱਛਿਆ। ਨਹੀਂ, ਹੋਰ, ਉਹ ਬੋਲੀ। ਮਰਦ ਨੇ ਅੱਧਾ ਪਾਣੀ ਤੇ ਅੱਧੀ ਸ਼ਰਾਬ ਪਾ ਕੇ ਗਲਾਸ ਭਰ ਦਿੱਤਾ। ਉਹ ਗਟਾਗਟ ਪੀ ਗਈ। ਇੱਕ ਗਲਾਸ ਹੋਰ, ਉਹ ਬੋਲੀ। ਅੱਗੇ ਕਦੇ ਪੀਤੀ ਹੈ? ਮਰਦ ਨੇ ਪੁੱਛਿਆ। ਨਹੀਂ। ਫਿਰ ਹੋਰ ਨਾ ਪੀਓ, ਬਸ ਇੱਕੋ ਗਲਾਸ। ਉਹਨੇ ਜ਼ਿੱਦ ਕੀਤੀ। ਉਹਨੇ ਇੱਕ ਗਲਾਸ ਹੋਰ ਭਰ ਦਿੱਤਾ ਤੇ ਫਿਰ ਆਪਣੇ ਲਈ ਵੀ ਇੱਕ ਭਰ ਲਿਆ। ਕੀ ਤੁਸੀਂ ਅਜੇ ਵੀ ਸੋਚਦੇ ਹੋ ਕਿ ਮੈਂ ਖਰਾਬ ਔਰਤ ਨਹੀਂ? ਉਹ ਬੋਲੇ। ਹਾਂ, ਤੁਸੀਂ ਝੂਠ ਬੋਲਦੇ ਹੋ। ਨਹੀਂ, ਮੈਂ ਸੱਚ ਆਖਦਾ। 4 ਸਾਲ ਪਹਿਲਾਂ ਜਦੋਂ ਮੈਂ ਇੱਥੇ ਨੌਕਰੀ ਕੀਤੀ ਸੀ, ਮੈਂ ਪਹਿਲੇ ਦਿਨ ਹੀ ਕਿਸੇ ਨੂੰ ਪੁੱਛਿਆ ਸੀ ਕਿ ਲੇਡੀ ਕੌਣ ਹੈ। ਪਹਿਲੇ ਦਿਨ ਮੇਰਾ ਮਨ ਕੀਤਾ ਇਹਨੂੰ ਖਤ ਲਿਖਾਂ, ਤੂੰ ਮੈਨੂੰ ਬਹੁਤ ਚੰਗੀ ਲੱਗੀ। ਫਿਰ ਮੈਂ ਝੱਕ ਗਿਆ। ਖਬਰੇ ਉਹ ਕੀ ਸਮਝੇ। ਉਹ ਦੱਸ ਰਿਹਾ ਸੀ ਜਿਵੇਂ ਆਪਣੇ ਆਪ ਨੂੰ। ਪਿਛਲੇ ਸਾਲ ਮੈਂ ਵੀ ਦਿੱਲੀ ਵਾਲੀ ਨੌਕਰੀ ਇਸੇ ਲਈ ਨਹੀਂ ਸੀ ਲਈ ਕਿ ਇੱਥੇ ਤੁਸੀਂ ਸੀ। ਪਰ ਤੂੰ ਕਦੇ ਮੈਨੂੰ ਦੱਸਿਆ ਕਿਉਂ ਨਾ? ਕੀ? ਕੁਝ ਵੀ। ਸੋਚਦੀ ਸੀ ਇਹ ਸਸਤੀਆਂ ਗੱਲਾਂ ਨੇ, ਤੁਸੀਂ ਖਬਰੇ ਕੀ ਸਮਝੋ। ਕੁਝ ਖਾਣ ਨੂੰ ਹੈ? ਮੈਂ ਕੱਲ ਦਾ ਕੁਝ ਨਹੀਂ ਖਾਧਾ।
ਆਮਲੇਟ ਬਣਾ ਦੇਣਾ, ਅੰਡੇ ਪਏ ਨੇ। ਆਖੋ ਨੇ ਗੈਸ ਔਨ ਕੀਤਾ। ਲਿਆਓ ਮੈਂ ਬਣਾਉਂਦੀ ਹਾਂ। ਉੱਠੀ। ਫਿਰ ਤੁਸੀਂ ਬਣਾ ਦਿਆ ਕਰਨਾ, ਅੱਜ ਮੈਂ ਹੀ ਬਣਾਉਣ ਦਾ, ਉਹ ਬੋਲਿਆ। ਫਿਰ ਕਦੋਂ? ਉਹ ਬੋਲੀ ਤੇ ਉਹਦੇ ਬੋਲ ਲੜਖੜਾ ਗਏ। ਅੱਜ ਤੋਂ ਮਗਰੋਂ। ਉਹ ਕੁਝ ਸੋਚਣ ਲੱਗ ਪਈ। ਉਹ ਆਮਲੇਟ ਬਣਾ ਲਿਆ। ਦੋਹਾਂ ਨੇ ਰਲ ਕੇ ਖਾਧਾ। ਫਿਰ ਉੱਚੀ ਉੱਚੀ ਹੱਸਣ ਲੱਗ ਪਈ। ਕੀ ਗੱਲ? ਉਹ ਚੌਂਕਿਆ। ਬਸ ਮੈਂ ਖੁਸ਼ ਹਾਂ, ਗੱਲ ਤੇ ਕੁਝ ਵੀ ਨਹੀਂ। ਅੱਜ ਮੈਂ ਵੀ ਬਹੁਤ ਖੁਸ਼ ਹਾਂ। ਕਿਉਂ? ਤੁਸੀਂ ਆਏ ਹੋ। ਤੁਸੀਂ ਕਦੇ ਮੇਰੇ ਘਰ ਕਿਉਂ ਨਾ ਆ ਗਏ? ਦੱਸਿਆ ਤਾਂ ਹੈ, ਮੈਨੂੰ ਤੁਹਾਡੇ ਤੋਂ ਬਹੁਤ ਡਰ ਲੱਗਦਾ ਸੀ। ਕਿਉਂਕਿ ਮੈਂ ਖਰਾਬ ਔਰਤ ਹਾਂ? ਨਹੀਂ, ਹੋਰ ਕਿਉਂਕਿ ਮੈਂ ਤੈਨੂੰ ਮੁਹੱਬਤ ਕਰਦਾ ਸੀ। ਜੇ ਮੈਂ ਤੈਨੂੰ ਇੱਕ ਖਰਾਬ ਔਰਤ ਸਮਝਦਾ ਤਾਂ ਜ਼ਰੂਰ ਦੂਰ ਚਲਿਆ ਜਾਂਦਾ। ਮੈਂ ਵੀ ਅੱਜ ਤੁਹਾਨੂੰ ਇਹੀ ਦੱਸਣ ਆਈ ਹਾਂ ਕਿ ਮੈਂ ਖਰਾਬ ਔਰਤ ਨਹੀਂ। ਆਖੋ ਹੱਸ ਪਈ। 2 ਪਲ ਚੁੱਪ ਵਰਤੀ ਰਹੀ। ਮੈਂ ਨਹਾਉਣਾ ਚਾਹੁੰਦੀ ਹਾਂ, ਉਹ ਬੋਲੀ। ਇਸ ਵੇਲੇ? ਹਾਂ। ਉੱਠ ਕੇ ਗੁਸਲਖਾਨੇ 'ਚ ਸਾਫ਼ ਤੌਲੀਆ ਰੱਖ ਆਇਆ। ਉਹ ਕਿੰਨਾ ਚਿਰ ਠੰਡੇ ਪਾਣੀ ਨਾਲ ਹੀ ਨਹਾਉਂਦੀ ਰਹੀ। ਨਹਾ ਕੇ ਜਦੋਂ ਨਿਕਲੀ, ਉਹਨੇ ਸਿਰਫ ਜੋਗੀਆ ਰੰਗ ਦੀ ਸ਼ਾਲ ਆਪਣੇ ਦੁਆਲੇ ਲਪੇਟੀ ਹੋਈ ਸੀ। ਉਹ ਚੁੰਦਿਆ ਆ ਗਿਆ। ਆਖਿਰ ਤਾਂ ਉਹ ਮਰਦ ਸੀ। ਉਹਦੇ ਸਾਰੇ ਪਿੰਡੇ 'ਚੋਂ ਲਾਟਾਂ ਨਿਕਲਣ ਲੱਗ ਪਈਆਂ। ਮੈਂ ਹੇਠਾਂ ਡਰਾਇੰਗ ਰੂਮ 'ਚ ਜਾ ਸੌਣਾ, ਉਹਨੇ ਬਿਸਤਰੇ 'ਚ ਉੱਠਦਿਆਂ ਕਿਹਾ। ਨਹੀਂ, ਇੱਥੇ ਹੀ ਸੌਂ ਜਾਵਾਂਗੇ, ਆਖਦਿਆਂ ਉਹਨੇ ਸ਼ੀਸ਼ੇ ਅੱਗੇ ਬੈਠ ਕੇ ਆਪਣੇ ਵਾਲ ਵਾਏ, ਸਾਰੇ ਪਿੰਡੇ ਤੇ ਪਾਊਡਰ ਛਿੜਕਿਆ। ਮਰਦ ਸਾਹ ਰੋਕੀ ਪਿਆ ਉਸ ਵੱਲ ਤੱਕਦਾ ਰਿਹਾ। ਪਰੇ ਨੂੰ ਹੋ ਜਾਓ, ਉਹਨੇ ਬਿਸਤਰੇ ਕੋਲ ਆ ਕੇ ਆਖਿਆ। ਬਿਸਤਰੇ 'ਚ ਵੜਨ ਲੱਗਿਆ ਉਹਨੇ ਸ਼ਾਲ ਵੀ ਲਾ ਦਿੱਤਾ। ਕੀ ਤੁਸੀਂ ਅਜੇ ਵੀ ਸਮਝਦੇ ਹੋ ਕਿ ਮੈਂ ਖਰਾਬ ਔਰਤ ਨਹੀਂ? ਉਹ ਬੋਲੀ। ਹਾਂ, ਅਜੇ ਵੀ ਮੈਂ ਸਮਝਦਾ ਤੂੰ ਖਰਾਬ ਔਰਤ ਨਹੀਂ। ਉਹਨੂੰ ਆਪਣੀਆਂ ਬਾਹਾਂ 'ਚ ਵਲਦਾ ਬੋਲਿਆ। ਇਸ ਗੱਲ ਦਾ ਸਬੂਤ ਵੀ ਉਸ ਮਰਦ ਨੂੰ ਮਿਲ ਗਿਆ। ਉਹ ਖਰਾਬ ਔਰਤ ਨਹੀਂ ਸੀ। ਅੱਜ ਦੀ ਰਾਤ ਤੱਕ ਉਹਦਾ ਕਵਾਰ ਕਾਇਮ ਸੀ। ਪਰ ਅੱਜ ਉਹਨੂੰ ਕੀ ਹੋ ਗਿਆ ਸੀ? ਮਰਦ ਨੂੰ ਸਮਝ ਨਹੀਂ ਸੀ ਲੱਗ ਰਹੀ। ਫਿਰ ਉਹ ਆਰਾਮ ਨਾਲ ਸੌਂ ਗਿਆ। ਅਜੇ ਮੂੰਹ ਹਨੇਰਾ ਹੀ ਸੀ ਜਦੋਂ ਉੱਠੀ, ਕੱਪੜੇ ਪਾਏ, ਸੁੱਤੇ ਪਏ ਮਰਦ ਦਾ ਮੱਥਾ ਚੁੰਮਿਆ ਤੇ ਆਖਿਆ, ਮੈਂ ਚੱਲੀ ਹਾਂ, ਸ਼ੁਕਰੀਆ। ਤੇ ਉਹ ਚਲੀ ਗਈ। ਸਵੇਰੇ ਬੜੀ ਦੇਰ ਨਾਲ ਅੱਜ ਉਹ ਜਾਗਿਆ। ਦੁਨੀਆ ਬੜੀ ਬਦਲੀ ਹੋਈ ਜਾਪੀ। ਬੜੇ ਵਧੀਆ ਕੱਪੜੇ ਪਾ ਕੇ ਅੱਜ ਉਹ ਦਫ਼ਤਰ ਜਾਣ ਲਈ ਤਿਆਰ ਹੋਇਆ। ਦਫ਼ਤਰ ਜਦੋਂ ਗਿਆ, ਇੱਕ ਅਜੀਬ ਹੀ ਖਬਰ ਸੁਣੀ ਕਿ ਕੱਲ ਉਸ ਔਰਤ ਨੂੰ ਨੌਕਰੀ ਤੋਂ ਇਸ ਲਈ ਜਵਾਬ ਦਿੱਤਾ ਗਿਆ ਸੀ ਕਿ ਉਹ ਇੱਕ ਖਰਾਬ ਔਰਤ ਸੀ, ਤੇ ਅੱਜ ਸਵੇਰੇ ਮੂੰਹ ਹਨੇਰੇ ਉਹ ਗੱਡੀ ਹੇਠ ਆ ਕੇ ਮਰ ਗਈ ਹੈ। ਉਸ ਮਰਦ ਦਾ ਚੀਖ ਚੀਖ ਕੇ ਆਖਣ ਨੂੰ ਮਨ ਕੀਤਾ, ਉਹ ਖਰਾਬ ਔਰਤ ਨਹੀਂ ਸੀ, ਉਹ ਖਰਾਬ ਔਰਤ ਨਹੀਂ ਸੀ। ਧੰਨਵਾਦ।